गुरमुख होए गुर गया वरते गुर बरती एक छिन में तरते। ये बाणी स्वामी जी महाराज दी है। हजूर स्वामी जी महाराज गुरमुख दे बारे फरमा रहे है। गुरमुख किसनों कहीदा जिहड़ा सतगुर दी आग्या ते चलदा है। सतगुर दी आग्या ते चलदा है, हुक्म चलदा है। सतगुर दा हुक्म की है कि भाई चोरियां ठगियां फरेबकारियां छड़ दे और भजन कर, साध संगत की सेवा कर। ये सतगुर दा हुक्म है। सतगुर कोई होर काम नहीं जीव नूं दसदा। गुरवरती एक छिन में तरते जिहड़ा सतगुर दा हुक्म मनदा है उहदे तरन वास्ते कोई टाइम नहीं लगदा। एक छिन दस्या, छिन कुछ भी नहीं होंदा। पर जे असी सतगुर के हुक्म के मुताबिक चलीए तो तरन वास्ते सानू कोई ज़्यादा टाइम नहीं लग सकता। हाँ जी। गुरमुख होए गुर गया बरते गुर बरती एक छिन में तरते गुर महिमा मैं कहाँ लग गाऊं गुर समान कोई और न पाऊं। स्वामी जी महाराज बड़े प्यार दे नाल फरमा रहे है कि सतगुर दी महिमा जिहड़ी है मैं कितनी कि तुहानू दसां कि सतगुर दी मैं तारीफ नहीं कर सकता कि सतगुर दे मुकाबले ते मैं कुछ भी दुनिया का नहीं समझ सकता और ना ही उन्हां दे मुकाबले कोई चीज़ हैगी है, क्योंकि वो सानू नेक पाक सलाह देंदे है, अच्छी सलाह देंदे है, अच्छे कामां वास्ते सानू प्रेरणा देंदे है जिहदे नाल सानू जिंदगी का फायदा हो जाए, ये मनुष्य जन्म साड़ा जिहड़ा सुकारत हो जाए। हाँ जी। गुर महिमा मैं कहाँ लग गाऊं गुर समान कोई और न पाऊं गुर औस्तुत है सब मत माही गुर से बेमुख ठौर न पाही। स्वामी जी महाराज बड़े प्यार दे नाल फरमा रहे है कि सतगुर दी महिमा सिर्फ मैं नहीं कर रहा, हर एक मत दे विच सतगुर दी महिमा है। जे कोई ऋषि मुनि होया तो उसने भी सतगुर दी महिमा कीती है, कोई हौलिया पकंबर होया उसने भी सतगुर दी महिमा कीती है। जितने भी दुनिया दे विच मत आए है उन्हां सारियां ही अपने सतगुर दी महिमा कीती। इस वास्ते मैं भी सतगुर दी महिमा कर रहा कि सतगुर दे समान मैनू होर कोई नज़र नहीं आउंदा। हाँ जी। गुर अस्तुत है सब मत माही गुर से बेमुख ठौर न पाही भोग विलास हकूमत जग की तन और हाकम के बस रहती। गुरु साहब जी ये दुनिया की मिसाल दे रहे हैं। ये दुनिया की दौलत जिहड़ी है
ਇਹ ਹਾਕਮਾਂ ਦੇ ਬਸ, ਕੌਮਾਂ ਦੇ ਵਸ ਵਿੱਚ ਹੈ। ਇਹ ਆਮ ਨਹੀਂ, ਇਹ ਉਹਨਾਂ ਦੇ ਵਸ ਵਿੱਚ ਹੈ ਜਿਹੜੇ ਦੁਨੀਆ ਦੇ ਸ਼ਾਹੂਕਾਰ, ਬੜੇ ਬੜੇ ਅਰਬਾਂਪਤੀ ਔਰ ਰਾਜੇ ਮਹਾਰਾਜੇ, ਉਹਨਾਂ ਦੇ ਵਸ ਵਿੱਚ। ਹਾਂਜੀ। ਭੋਗ ਵਿਲਾਸ ਹਕੂਮਤ ਜਗ ਕੀ, तन और हाकम के बस रहती, हाकम सेवा तुम कस करते, तन और मान बढ़ाई लेते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਅਸੀਂ ਹਾਕਮਾਂ ਦੀ ਸੇਵਾ ਕਿਸ ਵਾਸਤੇ ਕਰਦੇ ਹਾਂ, ਕਿਸ ਵਾਸਤੇ ਉਹਨਾਂ ਦੀ ਖੁਸ਼ਾਮਦ ਕਰਦੇ ਹਾਂ ਕਿ ਧਨ ਪਦਾਰਥ ਵਾਸਤੇ, ਮਾਣ ਵਡਿਆਈ ਵਾਸਤੇ, ਸਾਡੇ ਪਾਸ ਵੀ ਇਹ ਚੀਜ਼ ਹੋਵੇ ਔਰ ਸਾਡੀ ਵੀ ਮਾਣ ਵਡਿਆਈ ਹੋਵੇ। ਇਸ ਵਾਸਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਔਰ ਉਹਨਾਂ ਦੇ ਮੁਤਾਜ ਚੱਲਦੇ ਹਾਂ। ਜੋ ਵੀ ਉਹ ਕੰਮ ਦੱਸਦੇ ਆ ਅਸੀਂ ਉਹ ਕਰਦੇ ਹਾਂ। हाँ जी। हाकम सेवा तुम कस करते, तन और मान बढ़ाई लेते, आज्ञा उसकी अस सिर तरते, खान पान निद्रा भी तजते। ਇਹ ਗੁਰੂ ਸਾਹਿਬ ਜੀ ਸਾਨੂੰ ਦੁਨੀਆ ਦੀ ਮਿਸਾਲ ਦੇ ਰਹੇ ਹੈ ਕਿ ਇਸ ਚੀਜ਼ ਵਾਸਤੇ ਅਸੀਂ ਖਾਣਾ ਪੀਣਾ ਵੀ ਤਿਆਗਦੇ ਹਾਂ, ਨੀਂਦਰੇ ਵੀ ਕੱਟਦੇ ਹਾਂ ਔਰ ਕਈ ਮੁਸ਼ਕਲਾਂ ਸਾਨੂੰ ਆਉਂਦੀਆਂ ਨੇ, ਕਰਦੇ ਹਾਂ। ਕਿਸ ਵਾਸਤੇ? ਉਸ ਧਨ ਪਦਾਰਥ ਵਾਸਤੇ ਜੋ ਸਾਨੂੰ ਸਤਿਗੁਰ ਦੱਸਦਾ ਹੈ ਭਜਨ ਸਿਮਰਨ ਵਾਸਤੇ। ਇਸ ਵਾਸਤੇ ਸਾਨੂੰ ਨੀਂਦਰਾ ਵੀ ਨਹੀਂ ਔਰ ਮੁਸ਼ਕਲ ਵੀ ਨਹੀਂ। ਅਸੀਂ ਕੋਈ ਵੀ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਭ ਕੁਝ ਸਾਨੂੰ ਐਵੇਂ ਹੀ ਮਿਲ ਜਾਏ, ਐਵੇਂ ਮਿਲ ਜਾਏ, ਮੁਫਤ ਮਿਲ ਜਾਏ। ਔਰ ਇਸ ਧਨ ਵਾਸਤੇ, ਦੁਨੀਆ ਦੇ ਧਨ ਵਾਸਤੇ ਅਸੀਂ ਕੀ ਕੁਛ ਕਰਦੇ ਹਾਂ। ਜੋ ਵੀ ਸਾਨੂੰ ਹਾਕਮ ਕਹਿੰਦੇ ਆ ਸੋ ਅਸੀਂ ਕਰਦੇ ਹਾਂ, ਜੋ ਸਾਨੂੰ ਹਕੂਮਤ ਕਹਿੰਦੀ ਹੈ ਸੋ ਕਰਦੇ ਹਾਂ, ਨੀਂਦਰੇ ਵੀ ਕਰਦੇ ਹਾਂ। ਹੁਣ ਤੁਸੀਂ ਦੇਖੋ ਕਈ ਵਾਰ ਹਜ਼ੂਰ ਇਹ ਮਿਸਾਲ ਦਿੰਦੇ ਹੁੰਦੇ ਸੀ ਕਿ ਫੌਜ ਦੇ ਵਿੱਚ ਉਸ ਧਨ ਵਾਸਤੇ ਐਸੀ ਐਸੀ ਜਗ੍ਹਾ 'ਤੇ ਫੌਜ ਗਈ ਹੈ ਕਿ ਜਿੱਥੇ ਬਿਲਕੁਲ ਹੀ ਪਹਾੜਾਂ ਦੇ ਵਿੱਚ ਬਰਫ਼ ਪਈ ਹੈ ਔਰ ਮੂੰਹ ਨਹੀਂ ਬਾਹਰ ਨਿਕਲ ਸਕਦਾ। ਖਾਣਾ ਪੀਣਾ ਵੀ ਜਿਹੜਾ ਹੈ, ਇੱਕ ਵਾਰ ਸਾਨੂੰ ਇੱਕ ਸਿਪਾਹੀ ਨੇ ਦੱਸਿਆ ਕਿ ਸਾਡੇ ਪਾਸ ਸਬਜ਼ੀ ਗਈ, ਇਹ ਜਿਹੜਾ ਕੱਦੂ ਹੁੰਦਾ ਹੈ, ਵੱਡਾ ਕੱਦੂ, ਇਹ ਸਬਜ਼ੀ ਗਈ। ਅਸੀਂ ਬੜੇ ਖੁਸ਼ ਹੋਏ ਅਸੀਂ ਦੇਖ ਕੇ ਇਹਨੂੰ ਬੜੇ ਖੁਸ਼ ਹੋਏ, ਪਰ ਅਸੀਂ ਉਹਨੂੰ ਬੜਾ ਕੁਹਾੜੀਆਂ ਨਾਲ ਵੱਢਿਆ। ਇੰਨਾ ਉੱਥੇ ਠਾਂਡੇ ਦੇ ਨਾਲ ਪੱਥਰ ਬਣ ਗਿਆ ਕਿ ਸਾਨੂੰ ਮੁਸ਼ਕਲ ਹੋ ਗਿਆ ਉਹਨੂੰ ਖਾਣਾ ਵੀ। ਸਵਾਮੀ ਜੀ ਮਹਾਰਾਜ ਇਹ ਤਜਰਬੇ ਦੱਸ ਰਹੇ ਹੈ ਸਾਨੂੰ ਕਿ ਇਸ ਧਨ ਪਦਾਰਥ ਵਾਸਤੇ ਅਸੀਂ ਕੀ ਕੁਛ ਨਹੀਂ ਕਰਦੇ ਹੈਗੇ। ਅਤੇ ਸੰਤ ਮਹਾਂਪੁਰਖ ਸਾਨੂੰ ਭਜਨ ਸਿਮਰਨ ਦੱਸਦੇ ਹੈ, ਇਹਦੇ ਵਾਸਤੇ ਸਾਨੂੰ ਨੀਂਦ ਵੀ ਆ ਜਾਂਦੀ ਹੈ, ਆਲਸ ਵੀ ਆ ਜਾਂਦਾ ਹੈ, ਮੁਸ਼ਕਲ ਵੀ ਅਸੀਂ ਬੜਾ ਸਮਝਦੇ ਹਾਂ ਕਿ ਸਾਨੂੰ ਬਹੁਤ ਮੁਸ਼ਕਲ ਹੈਗਾ ਭਜਨ ਕਰਨਾ। ਬਹੁਤ ਸਾਰੇ ਲੋਕ ਇਹੀ ਸਾਨੂੰ ਰਿਪੋਰਟਾਂ ਦੇ ਕਿ ਸਾਡੇ ਕੋਲੋਂ ਭਜਨ ਨਹੀਂ ਹੁੰਦਾ। ਤਾਂ ਕਈਆਂ ਨੂੰ ਦੱਸੀਦਾ ਵੀ ਬਾਕੀ ਦੇ ਕੰਮ ਹੁੰਦਾ ਹੀ ਹੈ ਨਾ, ਰੋਟੀ ਪਾਣੀ ਵੀ ਅਸੀਂ ਛਕਦੇ ਹਾਂ, ਹੋਰ ਵੀ ਅਸੀਂ ਦੁਨੀਆ ਦਾ ਕੰਮ ਕਰਦੇ ਹਾਂ। ਭਜਨ ਕਿਹੜਾ ਕਰ ਔਖਾ ਹੈ। ਜੰਗਲਾਂ 'ਚ ਨਹੀਂ ਜਾਣਾ, ਕਿਸੇ ਤੁਸੀਂ ਤਪੱਸਿਆ ਨਹੀਂ ਕਰਨੀ, ਕੋਈ ਧੂਣੀਆਂ ਨਹੀਂ ਤਾਣੀਆਂ। ਸਹਿਜ ਮਤ ਜੋਗ ਜਿਹੜੇ ਸੰਤ ਮਹਾਂਪੁਰਖ ਆਏ ਹੈ, ਉਹਨਾਂ ਨੇ ਬਹੁਤ ਸੁਖੱਲਾ ਸਾਨੂੰ ਦੱਸਿਆ, ਬਹੁਤ ਹੀ ਸੁਖੱਲਾ ਭਜਨ ਦੱਸਿਆ ਹੈ ਕਿ ਤੁਸੀਂ ਘਰ ਵਿੱਚ ਰਹਿਣਾ ਹੈ, ਖਾਣਾ ਪੀਣਾ ਹੈ,
ਕੱਪੜੇ ਵੀ ਲਗਾਣੇ ਆ, ਆਪਣੇ ਘਰ ਵਿੱਚ ਬੈਠਣਾ ਹੈ, ਕਿਸੇ ਜੰਗਲਾਂ 'ਚ ਨਹੀਂ ਜਾਣਾ, ਕਿਸੇ ਪਹਾੜਾਂ 'ਚ ਨਹੀਂ ਜਾਣਾ, ਕੋਈ ਏਡੀ ਵੱਡੀ ਮੁਸ਼ਕਲ ਨਹੀਂ ਹੈਗੀ। 2-2.5 ਘੰਟੇ ਸੁਬਾਹ ਸ਼ਾਮ ਦੇ ਵੇਲੇ ਆਰਾਮ ਦੇ ਨਾਲ ਤੁਸੀਂ ਬੈਠੋ, ਕੋਈ ਏਡੀ ਵੱਡੀ ਮੁਸ਼ਕਲ ਨਹੀਂ। ਤਪੱਸਿਆ ਦੇ ਬਾਰੇ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਨ੍ਹਾਂ ਦਾ ਬਣਦਾ ਕੁਛ ਨਹੀਂ, ਉਹਨਾਂ ਦੇ ਬਾਰੇ ਦੇਖੋ ਤੁਸੀਂ, ਉਹ ਕਿਤਨਾ ਕਠਿਨ ਕਰਦੇ, ਹਾਲੀ ਉਹਦੇ 'ਚ ਕੁਛ ਨਹੀਂ ਬਣ ਸਕਦਾ। ਤਪੋਂ ਰਾਜ ਰਾਜੋਂ ਨਰਕ, ਤਪੱਸਿਆ ਕੀਤੀ ਮੁਕਤੀ ਨਹੀਂ ਹੋਈ, ਬੜਾ ਬਣ ਗਿਆ, ਕੋਈ ਸ਼ਾਹੂਕਾਰ ਬਣ ਗਿਆ, ਰਾਜਾ ਮਹਾਰਾਜਾ ਬਣ ਗਿਆ। ਨਜਾਇਜ਼ ਕੰਮ ਹੋਏ, ਨਰਕਾਂ 'ਚ ਜਾਣਾ ਪਿਆ। 5 ਧੂਣੀਆਂ ਕਾਮ ਕ੍ਰੋਧ ਦੀਆਂ ਅੰਦਰ ਲੱਗੀਆਂ ਹੁੰਦੀਆਂ ਨੇ, 5 ਧੂਣੀਆਂ ਬਾਹਰ ਲਾ ਦਿੰਦੇ, ਉਹਨਾਂ ਦੇ ਵਿੱਚ ਬੈਠ ਜਾਂਦੇ। ਔਰ ਜਿਨ੍ਹਾਂ ਦਾ ਬਾਲਣ ਲਿਆ ਉਹਨਾਂ ਦੇ ਵੀ ਦੇਣਦਾਰ ਬਣ ਗਏ, ਜਿਨ੍ਹਾਂ ਦਾ ਖਾਣਾ ਖਾਧਾ ਉਹਨਾਂ ਦਾ ਵੀ ਦੇਣਦਾਰ ਬਣ ਗਏ, ਕਰਜ਼ਾ ਬਣ ਗਿਆ। ਇਹਨਾਂ ਨਾਲੋਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਗ੍ਰੀਸੀ ਲੋਕ ਜਿਹੜੇ ਹੈ ਉਹ ਫਿਰ ਵੀ ਚੰਗੇ ਹੈ, ਆਪਣੀ ਮਿਹਨਤ ਕਰਨਗੇ, ਮਿਹਨਤ ਕਰਕੇ ਖਾਣਗੇ, ਉਹਦੇ ਵਿੱਚੋਂ ਕੁਛ ਨਾ ਕੁਛ ਉਹ ਪਰਮਾਰਥ ਵੀ ਕਰਨਗੇ। ਉਹ ਲੈਣਦਾਰ ਬਣ ਜਾਂਦੇ ਆ, ਦੇਣਦਾਰ ਨਹੀਂ ਬਣਦੇ, ਤੇ ਕੁਛ ਨਾ ਕੁਛ ਉਹ ਮਾਰਗ ਦੇ ਪਾਸੇ ਧਿਆਨ ਰੱਖਣਗੇ। ਤਪੱਸੀਆਂ ਕੋਲੋਂ ਹਜ਼ੂਰ ਗ੍ਰੀਸੀ ਲੋਕਾਂ ਨੂੰ ਅੱਛਾ ਸਮਝਦੇ। ਤਪੱਸਿਆ ਕੀਤੀ, ਤਪੋਂ ਰਾਜ ਰਾਜੋਂ ਨਰਕ, ਕੀ ਫਾਇਦਾ ਹੋਇਆ? ਗ੍ਰੀਸੀ ਲੋਕ 5 ਧੂਣੀਆਂ ਨਾਲ ਸੜਨਗੇ, ਤਪੱਸੀ ਜਿਹੜਾ ਉਹ 10 ਧੂਣੀਆਂ ਦੇ ਨਾਲ ਸੜਦਾ ਹੈਗਾ। 5 ਕਾਮ ਕ੍ਰੋਧ ਦੀਆਂ ਅੰਦਰ ਲੱਗੀਆਂ ਨੇ ਔਰ 5 ਉਹਨੇ ਬਾਹਰ ਲਾ ਲਈਆਂ। ਜਿਹਦਾ ਬਾਲਣ ਲਿਆ ਉਹਦੇ ਵੀ ਦੇਣਦਾਰ ਬਣ ਗਏ, ਜਿਹਦਾ ਖਾਣਾ ਖਾਧਾ ਉਹਦਾ ਵੀ ਦੇਣਦਾਰ ਬਣ ਗਏ। ਗ੍ਰਸਤੀ ਜਿਹੜਾ ਹੈ ਉਹ ਆਪਣੀ ਮਿਹਨਤ ਕਰੇਗਾ, ਮਿਹਨਤ ਕਰਕੇ ਖਾਏਗਾ, ਉਹਦੇ ਵਿੱਚੋਂ ਕੁਛ ਨਾ ਕੁਛ ਉਹ ਦਾਨ ਪੁੰਨ ਕਰੇਗਾ, ਪਰਮਾਰਥ ਕਰੇਗਾ, ਉਹ ਲੈਣਦਾਰ ਬਣ ਜਾਏਗਾ। ਇਸ ਵਾਸਤੇ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਸਾਨੂੰ ਇਸ਼ਾਰਾ ਮਾਇਆ ਦਾ ਦੇ ਰਿਹਾ ਹੈ ਕਿ ਅਸੀਂ ਉਸ ਝੂਠੀ ਮਾਇਆ ਵਾਸਤੇ ਹਾਕਮਾਂ ਦੇ ਮੁਹਤਾਜ ਹੋ ਜਾਂਦੇ ਹਾਂ। ਜੇ ਸਾਨੂੰ ਕਹਿਣ ਸਾਰੀ ਰਾਤ ਜਾਗਣਾ ਤੇ ਜਾਗਣਾ, ਪਹਿਰਾ ਦੇਣਾ ਹੈ, ਜੇ ਖਾਣ ਪੀਣ ਦਾ ਵੀ ਨਾ ਸਾਨੂੰ ਟਾਈਮ ਲੱਗਦਾ ਤੇ ਨਾ ਹੀ ਲੱਗੇ, ਕਿਸ ਵਾਸਤੇ? ਉਸ ਮਾਇਆ ਵਾਸਤੇ ਕਿ ਸਾਨੂੰ ਵੀ ਕੋਈ ਬੜਾ ਕਵੇ, ਸਾਡੀ ਵੀ ਕੋਈ ਮਾਣ ਵਡਿਆਈ ਕਰੇ। ਹਜ਼ੂਰ ਬਾਹਰ ਦਾ ਇਸ਼ਾਰਾ ਦੇ ਰਿਹਾ ਹੈ। ਔਰ ਸੰਤ ਕਹਿੰਦੇ ਕਿ ਭਜਨ ਕਰ, ਭਜਨ ਵਾਸਤੇ ਸਾਨੂੰ ਨੀਂਦ ਵੀ ਆ ਜਾਂਦੀ ਹੈ, ਆਲਸ ਵੀ ਆ ਜਾਂਦਾ ਹੈ, ਕਮਜ਼ੋਰੀ ਵੀ ਬਹੁਤ ਆ ਜਾਂਦੀ ਹੈ, ਹੋਰ ਵੀ ਅਸੀਂ ਕਈ ਸੋਚਾਂ ਸੋਚਦੇ ਹਾਂ ਭਜਨ ਵਾਸਤੇ, ਜਿਹਦੇ ਵਿੱਚੋਂ ਸਾਨੂੰ ਅਸਲ ਫਾਇਦਾ ਹੋਣਾ ਹੈ। ਹਾਂਜੀ, आज्ञा उसकी अस सिर तारते, खान पान निंद्रा भी तजते, सो तन जोड़ किया क्या पाई, जगत लाज में दिया लुटाई। ਗੁਰੂ ਸਾਹਿਬ ਜੀ ਉਸ ਤਨ ਦੇ ਬਾਰੇ ਫਰਮਾ ਰਹੇ ਹੈ ਕਿ ਜਿਹੜਾ ਤਨ ਤੂੰ ਮੁਸ਼ਕਲ ਨਾਲ ਜੋੜਦਾ ਹੈ, ਫਿਰ ਉਸ ਨੂੰ ਕੀ ਕੀਤਾ ਤੂੰ? ਲੋਕ ਲਾਜ ਦੇ ਵਿੱਚ, ਮਾਣ ਵਡਿਆਈ ਵਿੱਚ ਲਟਾ ਦਿੱਤਾ, ਬਣਿਆ ਕੁਛ ਨਹੀਂ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਡਬਈ ਵਿੱਚ ਹੋਟਲ ਨੇ, ਕਿਸੇ ਬੰਦੇ ਸਾਨੂੰ ਦੱਸਿਆ ਕਿ 70,000 ਰੁਪਇਆ ਇੱਕ ਰਾਤ ਦਾ ਸਿਰਫ ਇੱਕ ਕਮਰੇ ਦਾ ਕਿਰਾਇਆ। ਸੋਚੋ ਤੁਸੀਂ ਕਿ 70,000 ਰੁਪਇਆ ਐਵੇਂ ਬਣਦਾ ਹੈਗਾ, ਫਿਰ ਖਾਣਾ ਪੀਣਾ ਵੱਖਰਾ। ਕੀ ਫਾਇਦਾ ਹੋਇਆ ਉਸ ਮਾਇਆ ਤੋਂ? ਜਿਹੜੀ ਮਾਇਆ ਇਤਨੇ ਕੋਸ਼ਿਸ਼ ਕਰਕੇ, ਨੀਂਦਰੇ ਕੱਟ ਕੇ, ਭੁੱਖਾਂ ਕੱਟ ਕੇ, ਮਿਹਨਤ ਕਰਕੇ ਕਮਾਈ, ਕਿੱਥੇ ਲਾਈ ਅਸੀਂ? ਮਾਣ ਵਡਿਆਈ ਵਿੱਚ, ਲੋਕ ਲਾਜ ਵਿੱਚ ਉਡਾ ਦਿੱਤੀ, ਕੋਈ ਫਾਇਦਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀ ਵਿੱਚ ਰਹਿੰਦੇ ਸਨ
तो ਮਹਿਤੇ ਕਾਲੂ ਨੇ ਉਹਨਾਂ ਨੂੰ 20 ਰੁਪਏ ਦਿੱਤੇ ਕਿ ਜਾਓ ਕੋਈ ਖਰਾ ਸੌਦਾ ਕਰਕੇ ਆਓ। ਉਹਨਾਂ ਦਾ ਖਿਆਲ ਸੀ ਕਿ 20 ਦੇ 30 ਜਾਂ 40 ਬਣਾ ਕੇ ਲਿਆਉਣਗੇ, ਪਰ ਕੰਡਿਆਂ ਦੇ ਮੂੰਹ ਪਹਿਲਾਂ ਹੀ ਤਿੱਖੇ ਹੁੰਦੇ ਐ, ਉਹ ਘੜ ਕੇ ਨਹੀਂ ਬਣਦੇ। ਜਿਨ੍ਹਾਂ ਦੇ ਖਿਆਲ ਪਰਮਾਤਮਾ ਦੀ ਤਰਫ ਹੁੰਦੇ ਆ ਉਹ ਬਚਪਨੇ ਤੋਂ ਹੀ ਲੱਗ ਹੁੰਦੇ ਆ। ਬਾਹਰ ਗਏ, ਦੇਖਿਆ ਕੋਈ ਸਾਧ ਮੰਡਲੀ ਬੈਠੀ ਸੀ। ਸੋਚਿਆ ਕਿ ਸਾਡੇ ਪਿਤਾ ਨੇ ਕਿਹਾ ਹੈ ਕਿ ਖਰਾ ਸੌਦਾ ਕਰਕੇ ਆਓ, ਜੇ ਅਸੀਂ ਇਹਨਾਂ ਨੂੰ ਅੰਨ ਪਾਣੀ ਲਿਆ ਕੇ ਖਵਾ ਦਈਏ ਤੇ ਇਹਦੇ ਨਾਲੋਂ ਹੋਰ ਖਰਾ ਸੌਦਾ ਕਿਹੜਾ ਹੈ? ਇਹਦੇ ਨਾਲੋਂ ਹੋਰ ਖਰਾ ਸੌਦਾ ਕਿਹੜਾ ਹੋ ਸਕਦਾ ਹੈ? ਬਾਜ਼ਾਰੋਂ ਅੰਨ ਪਾਣੀ ਲਿਆ ਕੇ ਉਹਨਾਂ ਨੂੰ ਰਾਸ਼ਨ ਪਾਣੀ ਦੇ ਦਿੱਤਾ, ਆਪ ਘਰ ਆ ਗਏ। ਮਹਿਤੇ ਕਾਲੂ ਨੇ ਚਪੇੜਾਂ ਵੀ ਮਾਰੀਆਂ ਉਹਨਾਂ ਨੂੰ, ਗੁੱਸੇ ਵੀ ਹੋਏ ਕਿ ਤੁਸੀਂ ਧਨ ਖਰਾਬ ਕਰ ਆਏ ਹੋ, ਲੇਕਿਨ ਉਹਨਾਂ ਨੇ ਖਰਾ ਸੌਦਾ ਕੀਤਾ ਕਿ ਜਿਹੜਾ ਸੌਦਾ ਅੱਜ ਵੀ ਉਹ ਕਿਤਨਾ ਵੱਧ ਰਿਹਾ ਹੈਗਾ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਅਸੀਂ ਜਿਹੜਾ ਧਨ ਜੋੜਿਆ, ਮਿਹਨਤ ਕੀਤੀ, ਨੀਂਦਰੇ ਕੱਟੇ, ਭੁੱਖਾਂ ਕੱਟੀਆਂ, ਉਹ ਫਿਰ ਲਾਇਆ ਕਿੱਥੇ ਐ? ਅਸੀਂ ਮਾਣ ਵਡਿਆਈ ਵਿੱਚ, ਲੋਕ ਲਾਜ ਦੇ ਵਿੱਚ ਉਸ ਨੂੰ ਅਸੀਂ ਲਾ ਦਿੱਤਾ। ਕਿਆ ਕਿਸੇ ਸਾਧ ਸੰਗਤ ਵਿੱਚ ਖਰਚਿਆ, ਕਿਸੇ ਰਾਹ ਰਸਤੇ 'ਤੇ ਲਗਾਇਆ ਜਿਹੜਾ ਤਮਾਮ ਜੀਵਾਂ ਨੂੰ ਕਿਤੇ ਫਾਇਦਾ ਹੋਊਗਾ, ਜਾਂ ਕਿਸੇ ਸਾਧ ਸੰਗਤ ਵਿੱਚ ਖਰਚਿਆ ਜਿਹੜਾ ਕੋਈ ਖਾ ਕੇ ਭਜਨ ਕਰੇਗਾ ਤੇ ਉਹ ਭਜਨ ਦਾ ਉਹਨੂੰ ਵੀ ਹਿੱਸਾ ਮਿਲੇਗਾ? ਕਿੱਥੇ ਖਰਚਿਆ ਸੀ ਉਸ ਨੂੰ? ਐਵੇਂ ਡਾ ਦਿੱਤਾ, ਕੋਈ ਫਾਇਦਾ ਨਹੀਂ ਉਸ ਦਾ ਹੋਇਆ। ਇਹ ਸਵਾਮੀ ਜੀ ਮਹਾਰਾਜ ਸਾਨੂੰ ਬਾਹਰ ਦੀਆਂ ਮਿਸਾਲਾਂ ਦੇ ਕੇ ਸਮਝਾ ਰਹੇ ਹੈ ਕਿ ਇਸ ਧਨ ਦਾ ਫਾਇਦਾ ਕੋਈ ਨਹੀਂ, ਔਰ ਜੋ ਸਤਿਗੁਰ ਦੱਸਦੇ ਆ ਸਾਨੂੰ ਉਹਦੇ ਵਾਸਤੇ ਅਸੀਂ ਬਿਲਕੁਲ ਆਲਸੀ ਵੀ, ਨੀਂਦਰੇ ਵੀ ਸਾਨੂੰ ਆ ਜਾਂਦੇ ਆ, ਕਮਜ਼ੋਰੀ ਵੀ ਆ ਜਾਂਦੀ ਹੈ, ਟਾਈਮ ਵੀ ਨਹੀਂ ਲੱਗਦਾ, ਉਹਦੇ ਵਾਸਤੇ ਅਸੀਂ ਕੁਝ ਨਹੀਂ ਜਿਹਦਾ ਸਾਨੂੰ ਅਸਲ ਫਾਇਦਾ ਮਿਲਣਾ ਹੈ। ਹਾਂਜੀ। सो तन जोड़ किया क्या पाई, जगत लाज में दिया उड़ाई। सो जग की गत पहले पाखी, चार दिना फिर है नहीं बाकी। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਜਗਤ ਦੀ ਤੁਹਾਨੂੰ ਚਾਲ ਦੱਸ ਦਿੱਤੀ ਹੈ ਕਿ ਕੀ ਹੋ ਰਿਹਾ ਜਗਤ ਵਿੱਚ। ਭਾਈ 4 ਦਿਨ ਦਾ ਤੇ ਸਾਡਾ ਕੋਈ ਵਾਅਦਾ ਨਹੀਂ ਹੈਗਾ, ਕੁਛ ਵੀ ਨਹੀਂ ਹੈਗੀ। ਸਾਡੀ ਉਮਰ ਕੀ ਹੈ? 4 ਦਿਨ ਕੀ ਚਾਂਦਨੀ ਫੇਰ ਹਨੇਰੀ ਰਾਤ। ਕੀ ਪਤਾ ਹੈ ਅਸੀਂ ਕਿਸ ਵਕਤ ਚਲੇ ਜਾਣਾ, ਕਿਸ ਵਕਤ ਰਹਿਣਾ ਹੈਗਾ। ਜੋ ਅਸੀਂ ਉਸ ਧਨ ਨੂੰ ਖਰਚਿਆ ਉਹਦਾ ਫਾਇਦਾ ਕੀ ਹੋਇਆ? ਕੀ ਲੋਕ ਲਾਜ ਦੇ ਵਿੱਚ ਸਾਨੂੰ ਮਿਲ ਜਾਏਗਾ? ਉਹੀ ਜੋ ਗੁਰੂ ਸਾਹਿਬ ਜੀ ਫਰਮਾਉਂਦੇ, ਤਪੱਸਿਆ ਕੀਤੀ ਤਪੋਂ ਰਾਜ, ਰਾਜੋਂ ਨਰਕ। ਤਪੱਸਿਆ ਕਰ ਲਈ, ਧਨ ਖਰਚ ਲਿਆ, ਲੈਣ ਦਾ ਉਹਦਾ ਇਰਾਦਾ ਬਣਾ ਲਿਆ। ਅਸੀਂ ਜੋ ਵੀ ਖਰਚਦੇ ਹਾਂ ਇਸ ਤਰੀਕੇ ਨਾਲ ਹੀ ਸਾਡਾ ਇਰਾਦਾ ਵੀ ਇਹ ਹੁੰਦਾ ਕਿ ਅਸੀਂ ਕਿਸੇ ਯੁੱਗ ਵਿੱਚ ਇਹਦਾ ਫਾਇਦਾ ਲੈਵਾਂਗੇ, ਤਾਂ ਸਾਨੂੰ ਫਿਰ ਜਨਮ ਲੈਣਾ ਪਏਗਾ। ਜਨਮ ਲੈ ਕੇ ਫਿਰ ਸਾਨੂੰ ਉਹਦਾ ਫਾਇਦਾ ਲੈਣਾ ਪਏਗਾ। ਸਾਡੀ ਮੁਕਤੀ ਤਾਂ ਨਹੀਂ ਹੋਈ, ਕੀ ਪਤਾ ਅਸੀਂ ਕਿਹੜੇ ਜਨਮ ਵਿੱਚ ਫਾਇਦਾ ਲਈਏ। ਕਿਆ ਪਸ਼ੂਆਂ ਦੇ ਜਨਮ ਵਿੱਚ ਫਾਇਦਾ ਲਈਏ, ਜਾਂ ਕਿਸੇ ਪਰਿੰਦਿਆਂ ਦੇ ਜਨਮ ਵਿੱਚ ਫਾਇਦਾ ਲਈਏ, ਜਾਂ ਕਿਸੇ ਹੋਰ ਚੀਜ਼ ਵਿੱਚ ਜਨਮ ਲੈ ਕੇ ਉਸ ਆਪਣਾ ਜੋ ਦਿੱਤਾ ਹੈ ਉਹਦਾ ਲਈਏ। ਕਈ ਵਾਰੀ ਅਸੀਂ ਸੋਚਿਆ ਸਾਡੇ ਕੋਲ ਬਖਤਾਂ ਹੈਗੀਆਂ, ਉਹ ਕਿੰਨੀਆਂ ਬੜੀਆਂ ਇਕੱਠੀਆਂ ਹੋਈਆਂ, ਰੋਜ਼ ਦਾ ਟੋਕਰਾ ਰੋਟੀ ਖਾਂਦੀਆਂ ਨੇ। ਅਸੀਂ ਸੋਚਦੇ ਹਾਂ ਵੀ ਇਹਨਾਂ ਵੀ ਕਿਸੇ ਵਕਤ ਦਾ ਇਹ ਦਾਨ ਕੀਤਾ ਹੈਗਾ ਅਤੇ ਇਹਨਾਂ ਦੀ ਖਾਹਿਸ਼ ਹੈ ਲੈਣ ਦੀ, ਅਤੇ ਅਸੀਂ ਇਹਨਾਂ ਨੂੰ ਦੇਣ ਡਏ ਹਾਂ। ਲੇਕਿਨ ਜਨਮ ਸਮਾਪਤ ਨਹੀਂ ਹੋਇਆ, ਮੁਕਤੀ ਨਹੀਂ ਹੋਈ।
रोटियां खा लियां, होर जीव ਜਿਹੜੇ ਆ ਉਹ ਜੀਵ ਹੋਰ ਖਾਂਦੇ ਆ, ਉਹ ਮਜ਼ੇ ਦੀਆਂ ਰੋਟੀਆਂ ਖਾ ਰਹੀਆਂ ਐ ਮਜ਼ੇ ਨਾਲ ਆਪਣੇ ਬੈਠੀਆਂ, ਨਾਲੇ ਤਾਜ਼ਾ ਪਾਣੀ ਪੀਣ ਰਹੀਆਂ ਤੇ ਰੋਟੀਆਂ ਵੀ ਖਾਣੀਆਂ। ਹੋਰ ਕੌਣ ਵਕਤਾਂ ਰੋਟੀਆਂ ਪਾਉਂਦਾ ਹੈਗਾ? ਕਈ ਵਾਰ ਸੋਚਿਆ ਵੀ ਇਹਨਾਂ ਕਿਸੇ ਵਕਤ ਦਾ ਇਹ ਕੰਮ ਕੀਤਾ ਤੇ ਇਸ ਜਨਮ ਵਿੱਚ ਲੈ ਰਹੇ ਹੈ, ਉਹ ਅਸੀਂ ਦੇ ਰਹੇ ਹਾਂ, ਲੇਕਿਨ ਮੁਕਤੀ ਨਹੀਂ। ਕੋਈ ਵੀ ਅਸੀਂ ਜੋ ਕਰਦੇ ਹਾਂ ਉਹਦਾ ਅਸੀਂ ਇਰਾਦਾ ਰੱਖਦੇ ਹਾਂ ਲੈਣ ਦਾ, ਤੇ ਸੰਤ ਕੀ ਕਹਿੰਦੇ ਆ ਕਿ ਇੱਕ ਹੱਥ ਤੇਰਾ ਕਰਦਾ, ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ, ਤੈਨੂੰ ਸੋਚ ਹੀ ਨਹੀਂ ਹੋਣੀ ਚਾਹੀਦੀ ਇਹ ਲੈਣ ਦੀ, ਤਾਂ ਕਿ ਜੇ ਤੂੰ ਲੈਣ ਦੀ ਸੋਚ ਕਰੇਗਾ ਫਿਰ ਤੈਨੂੰ ਜਨਮ ਲੈਣਾ ਪਏਗਾ। ਜੇ ਜਨਮ ਲੈਣਾ ਪਏਗਾ ਪਤਾ ਨਹੀਂ ਕਿਹੜਾ ਜਨਮ ਵਿੱਚ ਲਏਗਾ ਤੂੰ, ਆ ਕਿਹੜਾ ਜਨਮ ਆ ਜਾਏਗਾ, ਕੀ ਫਾਇਦਾ ਹੋਇਆ ਉਸ ਦਾ। ਹਾਂਜੀ। सो जग की गत पहले पाखी, चार दिना फिर है नहीं बाकी। सो तन कारण हाकम सेवा, ऐसी करते क्या कहूँ पेवा। ऐ पुरुष जिस धन वास्ते तू हाकमां दी सेवा करदा है, उस धन नूं लाया किथे है, किथे तू खर्चिया है, की उस दा तैनूं फायदा होया है? जे लोक इलाज विच लगा दिता ते नाल खाशा रखी उस दे लैण दी, जे खाशा रखी है तो फिर तैनूं फिर आना पएगा लैण वास्ते, जन्म लेना पएगा। संत महापुरख जद जद भी दुनिया च आउंदे है वो यही कहते हैं तू खाश नूं खत्म कर, खाश ना रख, किसी भी चीज़ की खाश ना रख, सिर्फ एक खाश रख अपने प्रभु दे मिलन दी, अपने मालक दे मिलन दी खाश रख, और किसी चीज़ की खाश ना रख। जे तू किसी लैण देण की खाश रखेगा फिर तैनूं जन्म लेना पैणगे, आना पएगा, पता नहीं किस जन्म विच तू आएगा, किहड़ा जन्म होएगा जिहदे विच आके लएगा। हाँ जी। सो तन कारण हाकम सेवा, ऐसी करते क्या कहूँ पेवा। गुर सेवा जो सदा सहाई, ताको ऐसी पीठ दिखाई। गुरु साहब जी बड़े प्यार दे नाल फरमा रहे है कि जेड़ी सतगुर की सेवा है वो सदा ही वास्ते सहाई, सदा ही वास्ते फायदेमंद है, पर उधर तू पिठ कर देती, मूँह दूजे पासे कर दिता, जिधर तेन मिलना कुछ नहीं, जिधर तेन दुख ही दुख मिलना है उधर तू मुँह कर देता है और सतगुर वाल पिठ कर देती। हाँ जी। गुर सेवा जो सदा सहाई, ताको ऐसी पीठ दिखाई। दिन नहीं पख मास नहीं बरसा, कभी न दर्शन को मन तरसा। ऐ पुरुष कदी भी तेरे दिल विच तरस नहीं आया, कदी भी तेरे दिल विच खाश नहीं आई कि मैं अपने महबूब दे अपने सतगुर दे दर्शन करा, जिहदे तू मैनू फायदा मिले, ये कदी भी तेरे विच खाश नहीं आउंदी हैगी। हाँ जी। दिन नहीं पख मास नहीं बरसा,
कभी न दर्शन को मन तरसा, कहूँ कैसे तुम्हारा उद्धारा। नरक निवास दुख चौतारा। स्वामी जी महाराज बड़े प्यार दे नाल फरमा रहे है कि मैं की कमां, किस तरह तेरा उद्धार होएगा। इन्हां कमां दे नाल तेरा उद्धार नहीं हो सकता, तैनूं नरकां दे विच ही जाना पएगा और नरकां दी अगन विच सड़ना पएगा। संत जो कुछ भी बाणी च फरमाउंदे है वो दुनिया दे तजर्बे करके देख के हर काम दे विच उन्हें देखना है कि इस काम च की फायदा है, की नुकसान है। जद जद भी संत महापुरख आउंदे है साडा फायदा और नुकसान ही सोचते हैं कि किस काम दे विच इहनूं फायदा होना है और किस विच नुकसान है। नुकसान सानू दस रहे है कि जो तू काम करदा है इहदे च तेरा फायदा कोई नहीं, तैनू नरकां विच जाना पएगा और नरकां दी अगन विच सड़ना पएगा, तेरा उद्धार नहीं हो सकता। हाँ जी। कहूँ कैसे तुम्हारा उद्धारा, नरक निवास दुख चौतारा। उस दुख में कहूँ कौन सहाई, गुर से प्रीत न करी बनाई। स्वामी जी महाराज बड़े प्यार दे नाल फरमा रहे है कि ऐ प्यारे, वो जड़ा तैनूं दुख उत्थे आउणा है उत्थे तेरा सहाई कौन होएगा। जिन्हां वास्ते तू वो काम कीते है वो तो दुनिया च रह गए, वो तो सज्जन मित्र साडे दुनिया च रह जांदे है। वो दुख सानू कलियां नूं भुगतना पैना है। जिस तरह साईं बुल्ले शाह ने बाणी च फरमाया है, बोलिया ये जो तेरी मासी फूफी तेरे नाल ना कोई जासी, ये सब कजीया तैनों पैसे। साईं बुल्ले शाह ने कहा कि ये जेड़े असी दुनिया के कार बिहार करते हैं, दुनिया दीयां ठगियां फरेबकारियां करते हैं सज्जना मित्रां वास्ते, ये सारे इत्थे रह जाने हैं और सानू मुश्किल जिहड़ी आउणी है वो सानू कल्लियां नूं आउणी। स्वामी जी महाराज बड़े प्यार दे नाल सानू समझा रहे हैं, बड़े तरीके नाल समझा रहे हैं कि जिहड़ा तू धन जोड़िया वो कित्थे लाया। पिछे तुहानू दसिया है कि 70,000 रुपया एवें नहीं बनता। किसी दियां ठगियां फरेबकारियां जां किसी दे हक छीने होणगे। जिस बंदे ने एक कमरे का किराया 70,000 रुपया देना है उन्हें मेहनत नहीं की, पता नहीं किनू किनू ठगिया ते की कोई कलेश की कीता हैगा, फिर उसका फायदा की लिया। 70,000 एक रात का किराया ते खाना पीना वखरा, की खटेगा उहदे विचों। स्वामी जी महाराज जो कुछ बाणी च फरमा रहे ठीक फरमा रहे है कि जिहड़ा धन तू जोड़िया वो लोक लाज दे विच उड़ा दिता, लोक लाज दे विच उड़ा दिता, फिर तैनूं उहदा फायदा की मिलना है, नरक। और नरकां दे विच तैनूं सड़ना पएगा। जिहड़ी उत्थे तैनूं मुश्किल आउणी है, कौन तेरा सहाई होएगा। जिसने तेरे सहाई होना है उहदे नाल तू प्रीति नहीं कीती, ਉਹਨੂੰ तू समझिया ही नहीं, ਉਹਦੇ राह ते तू चलिया ही नहीं जिसने तेरी उत्थे भी मदद करनी है। स्वामी जी महाराज बड़े तरीके नाल सानू समझा रहे हैं। हाँ जी। उस दुख में कौन सहाई,
गुर से प्रीत न करी बनाई, जो इसकी प्रतीत न लाओ, तो मन अपना यूं समझाओ। गुरु साहब जी बड़े प्यार दे नाल फरमा रहे है कि भाई अपने मन नूं तरीके नाल समझाओ, जिस तरीके नाल भी समझ सकता है समझाने की कोशिश करो, ताकि वो काम करो जिस काम दे नाल तुहानू फायदा मिले। जो संत महापुरख दुनिया च आके सानू दसदे है, फायदा भी दस रहे हैं और नुकसान भी दस रहे हैं, और सानू सामनो सामने लभदा भी है कि साडा नुकसान है, लेकिन असी फिर भी कर रहे हैं। ये भी सानू लभदा है कि वाकई ही साडा नुकसान हो रहा है, लेकिन फिर भी असी लोक लाज दे विच फस के फिर भी वो नुकसान कर रहे हैं। गुरु साहब जी फरमा रहे हैं कि तरीके नाल जिस तरह भी होंदा अपने मन नूं समझाने की कोशिश करो। हाँ जी। जो इसकी प्रतीत न लाओ, तो मन अपना यूं समझाओ। रोग दुख नित प्रति सताई, मौत प्यादे है ये पाई। गुरु साहब जी बड़े प्यार दे नाल फरमा रहे है कि फिर तैनू दुनिया च दुख, बेशुमार रोग और दुख पैदा हो जाएंगे, और एक दिन नहीं जिंदगी वास्ते इत्थे भी और दरगाह विच भी। कौन तेरा सहाई होएगा, कौन तेरे दुखों को दूर करेगा? जिन्होंने साढ़े दुखों को दूर करना है, असी उन्हों का कभी ध्यान ही नहीं किया, उन्होंने तो बचन ही नहीं सुनिया, अपने अंदर असी बिठाते ही नहीं। एक बचन भी असी संतां महापुरखों का अपने अंदर बिठा लईए तो वक्त पर वह पता लगेगा कि कितना फायदा हैगा। हजूर कई बार फरमाते होंदे सी, एक चोर मरन लगा, उसदे पुत ने उन्होंने पूछया, पिता जी कि मैं तुहाडे बाद की काम करना है? तो चोर ने उही काम दसना सी जो करता सी कि बेटा काम तो तुम ही यही करना है, पर एक दो गल मेरी जरा याद रखना। एक तो चोरी करके मनना नहीं, एक कोई संतां महापुरखों की बाणी सुननी नहीं। जे कोई ऐसा समा लगे तो कन्ना च उंगलां दे लेनी है। चोर जदों जवान होया किधरे चोरी करने वास्ते चला गया, पिछे बाहर पै गई, नसदा भजदा एक गली च बड़िया, अगे एक चौंक आया, उत्ते कथा हो रही सी। संतां महापुरखों की बाणी पढ़ रहे सन, कन्ना च उंगलां दे लईआं, पर पैर नूं कंडा लग गया। जदों कंडा लग गया तो कंडा तो हथ नाल ही कढ़ना सी, जदों कंडा हथ नाल कढ़िया तो ये लफज अंदर वड़ गया। ये प्रसंग आया कि देवी देवतियां दे परछावें नहीं होंदे, जिहड़े देवी देवते होंदे है उन्हां दा परछावा नहीं होंदा। ये लफज उहदे अंदर वड़ गया। चोर अपने घर चला गया, जिहदे हाकम दे चोरी हुई उसने बहुत सारे चोरां नूं फड़ाया, पर चोर का कोई खोज खोरा ना लभा। उन्हें फवे कुटना मंगाइया कि सानू चोर का कोई पता नहीं लगता, चोर का पता लै दो। फवे कुटन ने एक मंगत का रूप बना लिया, घर घर मंगना शुरू कर दिता। जद उन्हों के घर जावे वो माँ पुत दोवें बेले ते वर्तन भी ज़्यादा पाण। फवे कुटन ने एक दो दिन विच तजर्बा किया ते
ਤੇ ਚੋਰ ਨੂੰ ਫੜਾ ਲਿਆ। ਇਹ ਚੋਰੀ ਐਸੇ ਨੇ ਕੀਤੀ ਹੈ। ਜੇਲ੍ਹ ਵਿੱਚ ਲੈ ਗਏ ਉਸ ਨੂੰ, ਮਾਰ ਕੁੱਟ ਹੋਣ ਲੱਗੀ, ਪਰ ਚੋਰ ਮੰਨੇ ਨਾ। ਅਫਸਰ ਨੇ ਕਿਹਾ ਕਿ ਭਾਈ ਹਵੇ ਕੁੱਟਣ ਨੂੰ ਕਿਹਾ ਕਿ ਕਿਸੇ ਗਰੀਬ ਨੂੰ ਤੇ ਨਹੀਂ ਮਰਵਾ ਰਹੀ, ਇਹ ਤੇ ਮੰਨਦਾ ਨਹੀਂ। ਉਸਨੇ ਕਿਹਾ ਕਿ ਇੱਕ ਲੱਛਣ ਮੈਨੂੰ ਹੋਰ ਕਰ ਲੈਣ ਦਿਓ। ਦੇਵੀ ਦਾ ਰੂਪ ਬਣਾ ਲਿਆ, 2 ਬਾਹਾਂ ਸਹੀ ਸੀ, 2 ਨਕਲੀ ਲਾ ਲਈਆਂ, ਮਸਾਲਾ ਬਾਲ ਕੇ ਹੱਥਾਂ 'ਚ ਫੜ ਲਈਆਂ, ਚੰਗੇ ਕੱਪੜੇ ਲਾ ਲਏ, ਜੇਲ੍ਹ ਵਿੱਚ ਚਲਾ ਗਈ। ਚੋਰ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ, ਸੋਚਿਆ ਕਿ ਦੇਵੀ ਭਗਵਾਨੀ ਆਈ ਹੈ ਮੇਰੀ ਮਦਦ ਕਰਨ ਵਾਸਤੇ। ਦੇਵੀ ਨੇ ਕਿਹਾ, ਦੇਖ ਬੇਟਾ, ਮੈਂ ਆਪਣਾ ਆਸਣ ਛੱਡ ਕੇ ਤੇਰੇ ਪਾਸ ਆਈ ਹਾਂ, ਤੇਰਾ ਦੁੱਖ ਦੇਖ ਕੇ। ਜੇ ਤੂੰ ਚੋਰੀ ਕੀਤੀ ਹੈ ਤਦ ਵੀ ਦੱਸ ਦੇ, ਨਹੀਂ ਕੀਤੀ ਤਦ ਵੀ ਦੱਸ ਦੇ, ਮੈਂ ਤੈਨੂੰ ਛੁਡਾ ਦਿੰਦੀ ਹਾਂ। ਚੋਰ ਦੱਸਣ ਵਾਸਤੇ ਤਿਆਰ ਹੋਇਆ। ਜਦ ਪਿੱਛੇ ਨਜ਼ਰ ਮਾਰੀ ਤੇ ਉਹਦਾ ਪਰਛਾਵਾਂ ਸੀ। ਜਦੋਂ ਪਰਛਾਵਾਂ ਦੇਖਿਆ ਤੇ ਚੋਰ ਨੇ ਸੋਚਿਆ ਕਿ ਮੇਰੇ ਨਾਲ ਕੋਈ ਛਲ ਹੋ ਰਿਹਾ। ਇਹ ਦੇਵੀ ਨੇ, ਸੰਤਾਂ ਮਹਾਂਪੁਰਖਾਂ ਦੀ ਬਾਣੀ ਜਿਹੜੀ ਝੂਠੀ ਨਹੀਂ ਹੋ ਸਕਦੀ। ਇਹ ਦੇਵੀ ਨਹੀਂ, ਇੱਕ ਮੇਰੇ ਨਾਲ ਛਲ ਹੋ ਰਿਹਾ। ਤੇ ਕਹਿੰਦਾ, ਮਾਤਾ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਸਿਰ ਤੇ ਹੀ ਤੁਰੀ ਫਿਰਦੇ ਹਾਂ, ਤੁਹਾਡੀਆਂ ਸੁੱਖਣਾ ਕਰਦੇ ਹਾਂ। ਮੈਂ ਚੋਰੀ ਨਹੀਂ ਕੀਤੀ, ਮੈਨੂੰ ਇਹ ਨੱਕ ਮਰਵਾ ਰਿਹਾ। ਦੂਸਰੇ ਪਾਸੇ ਉਹਨਾਂ ਦੇ ਬਿਆਨ ਲਿਖ ਰਹੇ ਸਨ। ਮਕਸਦ ਕੀ ਕਿ ਚੋਰ ਨੂੰ ਛੱਡ ਦਿੱਤਾ। ਚੋਰ ਨੇ ਸੋਚਿਆ ਕਿ ਇੱਕ ਲਫ਼ਜ਼ ਮੈਂ ਬਾਣੀ ਦਾ ਸੁਣਿਆ ਤੇ ਪਤਾ ਨਹੀਂ ਮੈਨੂੰ ਉਮਰ ਜੇਲ੍ਹ ਮਿਲਣੀ ਜਾਂ ਕੀ ਹੋਣਾ ਤੇ ਕੀ ਨਹੀਂ ਸੀ ਹੋਣਾ, ਤੇ ਇੱਕ ਲਫ਼ਜ਼ ਨੇ ਮੈਨੂੰ ਛਡਾ ਦਿੱਤਾ। ਅਗਰ ਮੈਂ ਬਹੁਤ ਸਾਰੇ ਸੁਣਾ ਤੇ ਕੀ ਬਣ ਜਾਵਾਂ। ਚੋਰ ਨੇ ਚੋਰੀ ਛੱਡ ਦਿੱਤੀ, ਹਮੇਸ਼ਾ ਦਾ ਭਗਤ ਬਣ ਗਿਆ। ਇਸ ਵਾਸਤੇ ਅਸੀਂ ਬਾਣੀ ਦਾ ਇੱਕ ਵੀ ਲਫ਼ਜ਼ ਸਾਡੇ ਅੰਦਰ ਜੇ ਵੜ ਜਾਏਗਾ ਤੇ ਸਾਨੂੰ ਵਕਤ ਪਰ ਉਸ ਦਾ ਪਤਾ ਲੱਗੇਗਾ ਕਿ ਕਿਤਨਾ ਫਾਇਦਾ ਹੈਗਾ। ਅਗਰ ਅਸੀਂ ਇੱਕ ਵੀ ਲਫ਼ਜ਼ ਅੰਦਰ ਨਹੀਂ ਜਾਣ ਦਿੰਦੇ ਤਾਂ ਸਾਨੂੰ ਫਾਇਦਾ ਕੋਈ ਵੀ ਨਹੀਂ ਹੋ ਸਕਦਾ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਸਤਿਗੁਰ ਸਤਸੰਗ ਕਿਆ ਕਰੇ ਜੋ ਸਿੱਖਣ ਮਾਏ ਚੂਕ, ਅੰਧੇ ਏਕ ਨਾ ਲੱਗੀ ਜਿਉਂ ਬਾਂਸ ਬਜਾਈ ਫੂਕ। ਉੱਥੇ ਸਤਿਗੁਰ ਕੀ ਕਰੇਗਾ, ਸਤਸੰਗ ਵੀ ਕੀ ਕਰੇਗਾ ਜੇ ਸਿੱਖ ਨੇ ਇੱਕ ਲਫ਼ਜ਼ ਵੀ ਅੰਦਰ ਨਹੀਂ ਬਿਠਾਉਣਾ। ਤੇ ਜੇ ਸਾਡੀ ਚਾਲ ਉਹੀ ਰਹੀ ਜੋ ਹੈਗੀ ਹੈ, ਅਸੀਂ ਬਦਲੇ ਨਹੀਂ, ਤੇ ਫਿਰ ਸਾਨੂੰ ਕੋਈ ਵੀ ਫਾਇਦਾ ਨਹੀਂ ਹੋ ਸਕਦਾ। ਕਈ ਵਾਰ ਦੁਨੀਆ ਦੀ ਮਿਸਾਲ ਹਜ਼ੂਰ ਦਿੰਦੇ ਹੁੰਦੇ ਸੀ, ਕਿਸੇ ਦਾ ਪਰਨਾਲਾ ਪਟਾਉਣਾ ਸੀ, ਦੂਜੇ ਪਾਸੇ ਲਗਾਉਣਾ ਸੀ, ਕਮੇਟੀ ਹੋਈ, ਪੈਂਚ ਇਕੱਠੇ ਹੋਏ, ਸਾਰੀ ਰਾਤ ਉਹਨੂੰ ਸਮਝਾਉਂਦੇ ਰਹੇ ਤੇ ਬਾਅਦ ਵਿੱਚ ਉਹ ਕਹਿੰਦਾ ਜੀ ਪੈਂਚਾਂ ਦੀ ਕੀਤੀ ਦੀ ਮਨਜ਼ੂਰ ਹੈ, ਜੋ ਵੀ ਪੈਂਚ ਕਹਿਣ ਮੈਨੂੰ ਮਨਜ਼ੂਰ ਹੈ, ਵੀ ਪਰਨਾਲਾ ਮੇਰਾ ਉੱਥੇ ਹੀ ਹੈ ਜਿੱਥੇ ਹੈਗਾ, ਮੈਂ ਉੱਥੋਂ ਨਹੀਂ ਪੁੱਟਣਾ। ਸਾਡੀ ਵੀ ਉਹੋ ਹੀ ਹਾਲਤ ਹੈ। ਅਸੀਂ ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਪਰਨਾਲਾ ਸਾਡਾ ਉੱਥੇ ਦੀ ਉੱਥੇ ਹੀ ਹੈ ਜਿੱਥੇ ਹੈਗਾ। ਬਦਲੇ ਅਸੀਂ ਹੈ ਨਹੀਂ। ਨਾ ਸਾਡੇ 'ਚੋਂ ਕ੍ਰੋਧ ਬਦਲਿਆ, ਨਾ ਸਾਡੇ 'ਚੋਂ ਮੋਹ ਬਦਲਿਆ, ਨਾ ਸਾਡੇ 'ਚੋਂ ਕੋਈ ਲੋਭ ਬਦਲਿਆ, ਨਾ ਕਾਮ ਬਦਲਿਆ। ਕੋਈ ਵੀ ਚੀਜ਼ ਸਾਡੀ ਬਦਲੀ ਨਹੀਂ। ਜੇ ਕੋਈ ਵੀ ਚੀਜ਼ ਬਦਲੀ ਨਹੀਂ ਤੇ ਫਿਰ ਸਾਨੂੰ ਫਾਇਦਾ ਕੀ ਹੋਇਆ। ਸੰਤਾਂ ਮਹਾਂਪੁਰਖਾਂ ਦੀ ਬਾਣੀ ਸੁਣਨ ਦਾ ਤੇ ਫਾਇਦਾ ਤਦ ਹੀ ਹੈ ਨਾ ਕਿ ਸਾਡੇ 'ਚ ਤਬਦੀਲੀ ਹੋਵੇ ਕੁਛ ਨਾ ਕੁਛ। ਸੰਤ ਇਹੋ ਹੀ ਕਹਿੰਦੇ ਹੈ ਕਿ ਤੈਨੂੰ ਹੋਰ ਕਿਸੇ ਚੀਜ਼ ਦੀ ਤਬਦੀਲੀ ਕਰਨ ਦੀ ਲੋੜ ਨਹੀਂ ਹੈ, ਤੂੰ ਜੈਸਾ ਹੈ ਵੈਸਾ ਹੀ ਰਹੋ। ਜਿਹੜੇ ਸਹਿਜ ਮਤ ਯੋਗ ਦੇ ਸੰਤ ਮਹਾਂਪੁਰਖ ਹੋਏ ਸ਼ਬਦ ਵਿਆਸੀ, ਉਹ ਨਾ ਕਿਸੇ ਦਾ ਮਜ਼ਹਬ ਬਣਾਉਂਦੇ ਆ ਤੇ ਨਾ ਕਿਸੇ ਦਾ ਮਜ਼ਹਬ ਢਾਉਂਦੇ। ਉਹ ਕਹਿੰਦੇ ਤੂੰ ਜੈਸਾ ਹੈ ਵੈਸਾ ਹੀ ਰਹੋ, ਲੇਕਿਨ ਸਿਰਫ ਆਪਣੇ ਇਰਾਦੇ ਦੀ ਤਬਦੀਲੀ ਕਰ। ਜੋ ਤੇਰਾ ਇਰਾਦਾ ਮਾੜੇ ਕਰਮ ਕਰਦਾ ਹੈ ਉਹਨੂੰ ਚੰਗੇ ਪਾਸੇ ਤੇ ਲਿਆ। ਇਹ ਤਬਦੀਲੀ ਕਰ, ਹੋਰ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਨਹੀਂ। ਤੂੰ ਚਿੱਟੇ ਕੱਪੜੇ ਲਾ ਲੈ, ਪੀਲੇ ਲਾ ਲੈ, ਕਾਲੇ ਲਾ ਲੈ, ਜੋ ਮਰਜ਼ੀ ਲਾ ਲੈ, ਇਹਦੇ ਨਾਲ ਕੀ ਫਰਕ ਪੈ ਚਲਿਆ।
सिर्फ अपने इरादे की तब्दीली कर। असी यही तब्दीली करनी है कि संतां महापुरखां की बाणी सुन के जो भी सानू दसते है, असी कुछ ना कुछ रुपये चू पैसा टका कुछ उन्होंने बचन अपने अंदर बिठाइए और कुछ अपने इरादे की तब्दीली करिए, तो फिर सानू कुछ फायदा मिलेगा। जे असी कोई तब्दीली नहीं करते तो फिर जैसे है वैसे ही रहे, फिर की फायदा की होया। ज्यों आए त्यों गे बौरे, ज्यों जन्मे त्यों मरन पिया। ज्यों दुनिया ते असी आए त्यों चला गए, ज्यों जन्म लिया मौत खड़ी रही। जे इंसान बने तद भी मरे, पशु बने तद भी मरे, परिंदे बने तद भी मौत खड़ी रही, कीड़े मकोड़े बने तद भी मौत खड़ी रही। की फायदा होया? हाँ जी। रोग दुख नित प्रीत सताई, मौत प्यादे है ये पाई। मृत्यु मोन में नहीं कुछ संसार, वह तो करे सकल जीव हिंसा। स्वामी जी महाराज बड़े प्यार दे नाल फरमा रहे हैं कि सानू अपनी मौत का कोई सेंसा नहीं, लेकिन दूसरे की मौत करने वास्ते असी बिल्कुल तैयार बैठे। दूसरे दियां मौतां असी कर रहे हैं, अपनी मौत का कोई सानू फिक्र ही नहीं। दूसरिਆਂ ਨੂੰ ਅਸੀਂ मार रहे हैं, खुआ रहे हैं, अपने बाल बच्चिਆਂ ਨੂੰ खुआ रहे हैं, आप ਅਸੀਂ खा रहे हैं ਵੱਢ ਵੱਢ के। पर कोई समा साडे ते भी आ जाना ਜਿਹੜਾ ਸਾਨੂੰ भी ਕਿਸੇ ਨੇ खाना पैना है। ये सदने कसाई की कई बार साखी सुनाई है कि जिथे सदना कसाई जे शहर च रहिंदा सी, उतों के पातशाह नूं अद्धी रात का समा सी ते ख्याल आया कि इसलिए मीट होवे ते मैं खावां। अपने नफर नूं भेजिया कि जा किते मीट लिया। वो सारियां दुकानां ते फिरिया, बेवकती चीज़ नहीं मिलती। फिर सदने के पास चला गया। सदना बड़ा मशहूर सी। मशहूर वही जितना कोई चोर बन जाता, ज़्यादा चोरियां करता बड़ा मशहूर हो जाता। बदमाश कौन है जिहड़ा ज़्यादा बदमाशियां करता ज़्यादा मशहूर हो जाता। सदना ज़्यादा बकरे कटदा ही वो ज़्यादा मशहूर सी। सदने पास चला गया कि सदनिया एक पाप का मांस दे दे, जे तू ना देगा तो तेरा भी बाल बच्चा मेरा भी पातशाह ने मरवा देना। सदने ने बाल बच्चे का मोह करके छुरी लैके बकरे के पास चला गया। सोचा कि बकरे के किसी हिस्से विचों कढ़ लेंदा पाप का मांस, तो जब मैं सवेरे करांगा उसनूं। जदों बकरे के पास गया, कुदरत की मर्जी हुंदी है, किसी वेले भी बंदे नूं समझ आ जाती है या किसी तरीके नाल भी समझा सकते हैं। बकरा अगू हस्या ते रोया। सदने ने सोचिया ये गल कदी होई नहीं, मैं 1000 बकरे कट्टे है, कदे कोई हस्या नहीं कदे रोया नहीं। वो बकरिया तू हस्या क्यों तो रोया क्यों? बकरे ने कहा हस्या मैं तेरी मूर्ख मतों, रोया अपने दुखों। मैं इस वास्ते हस्या कि कितना मूर्ख है तू। मेरा तेरा सामा लेखा सी, कदी तू मेरा सिर कटदा ही, कदी मैं तेरा सिर कटदा सा। कदे मैं सदना बनता सी, कदे तू सदना बनता सी। पर ये तू हुण नवी भाजी चाढ़न लगा। ये देख लै तू पाप का मांस कटेगा। अद्धी राती मैं पहले पैर ही जड़ा मेरा नंबर आया तो मैं अद्धा किलो पहले पैर ही तेरा कढ़ लेना। जिदा मैं तरसदा रहांगा इस तरह तू भी तरसदा रहेगा। सदने ने सोचा
कि मेरे नाल भी इसे तरह होना। जदों अपने मौत का पता लगे ना, फिर बंदा दूसरे की मौत वाल सोचता है। जिन्ना चिर अपनी मौत वाल नहीं सोचता, दूसरे की मौत का सोचता नहीं है। सदने ने सोचा ये तो गल बहुत माड़ी है, मैं भी इसे तरह तरसांगा। उस वक्त सारे मोह माह जड़े सी, बाल बच्चे का मोह टुट गया। जदों शरीर ते आ जाए ना, उस वक्त सारे मोह खत्म हो जाते हैं। सदने ने उस वक्त तौबा की, दिल विच ये धारिया कि हुण मैं बकरा नहीं कटना। सुट हथों छुरी सदना तौबा तौबा करदा, बख्श लई औगण मेरे रब्बा, अगे जुल्म नहीं करदा। ऐ मालक मैनू पिछले बख्श दे, मैं अगे नहीं करदा। फिर मुड़ के छुरी नहीं फड़ी हथ च। बाल बच्चा मरे रवे जिवे जो मर्जी होवे। स्वामी जी महाराज बाणी च की फरमा रहे हैं कि सानू अपनी मौत का कोई चिंता नहीं, कोई फिक्र नहीं। असी दूसरे की मौत करने वास्ते तैयार बैठे और कर भी रहे हैं, दूसरे दियां मौतां वड के अपने बाल बच्चों को खुआ रहे हैं। पर जदों साडा वक्त आया, उन्हां दा वक्त आया, उन्हां सानू भी खुआना। एक लकड़ी ने कहा लुहार नूं, ऐ लुहार तू जला के मेरे कोले बनाउंदा है, पर कदी मेरा भी नंबर आ जाएगा। जदों मेरा नंबर आएगा मैं भी तेरे कोले बना देंगी। एक दिन मेरा भी नंबर आना है, मैं भी तेरे कोले बना देने हैं। मिट्टी ने कहा घमियार नूं, है घमियार तू मैनू बड़ा गोंदा ते बड़ा मारदा कुटदा है, पर एक दिन मेरा समा भी आ जाएगा, मैं तेनू अपने नाल मिला लेना, मिट्टी बना देना तेनू। तुम ही सोच लें भाई, ये समा साडे ते आउणा ही आउणा। जे असी किसी की मौत करते हैं तो साड़ी भी मौत आउणी ही आउणी किसी वेले। उसने नंबर लेना ही लेना। जे बड़े बड़े ऋषियां मुनियां नूं बदले देना पे तो असी कौन है गया? असी तो कोई चीज़ भी नहीं। कई बार अगे भी दसिया है, बाली और सुग्रीव का दोनों का जंग लगता सी। दोवें भरा लड़ते सन ते बाली भरा नूं अपने सुग्रीव नूं मार के बाहर सुट आउंदा सी कुट कट के। जदों उहनूं होश आउंदी सी फिर वो कूक मारदा सी, बाली फिर आ जांदा सी, फिर उहनूं कुट कट के सुट जांदा सी। श्री रामचंद्र महाराज जी आए कुदे उधर, ठवालिया उसनूं सुग्रीव नूं कि उठ असी तेरी मदद करांगे। हुण कूक मारी, बाली आ गया, दोनों का युद्ध लग पिया। दरखत दे ओले हो के श्री रामचंद्र महाराज ने तीर मारिया बाली नूं ते बाली ने कहा ओहो तू माड़ा काम कीता है, जे तू आ काम करना ही तो सामने होके करना सी, पर जा तेरे नाल भी इसे तरह होएगा। जदों द्वापर युग आया, द्वापर युग दे विच श्री कृष्ण महाराज जी बन गए ते बाली बन गया शिकारी। श्री रामचंद्र जी उस चोले विच आ गए ते बाली शिकारी बन गया। जंगल विच बैठे सन, पद्मासन चमकदा सी, सिरस ला के उसने तीर मारिया, पैर नूं बज्जा। आराम की आवाज़ आई, जाके माफ़ियाँ मंगन लगा, महाराज मैनू माफ़ करो, मैं बहुत बड़ी गलती की है। उन्हें कहा कोई गल नहीं, मैं भी तेन चोरी ची तीर मारिया सी, ये बदला है। जे एक ऋषियां मुनियां नूं बदले देना पे है, बड़े बड़े जिन्होंने असी परमात्मा रूप समझते हैं, तो असी तो कुछ भी नहीं है कि सानू ना बदला देना पेगा। स्वामी जी महाराज की बाणी च समझा रहे हैं सानू कि ऐ पुरुष तेनों अपनी मौत का फिक्र है, तू दूसरे की मौत वाल देखता है, दूसरे की मौत करता है,
ਤੈਨੂੰ ਆਪਣੀ ਮੌਤ ਦਾ ਵੀ ਫਿਕਰ ਹੋਣਾ ਚਾਹੀਦਾ ਹੈ ਕਿ ਮੇਰੇ ਤੇ ਵੀ ਇੱਕ ਦਿਨ ਉਹ ਆਉਣਾ ਹੈਗਾ। ਹਾਂਜੀ। मृत्यु होन में नहीं कुछ संसार, वह तो करे सकल जीव हिंसा। ये हिंसा तुम पर भी आवे, एक दिन काल शीस परतावे। स्वामी जी महाराज बड़े प्यार दे नाल फरमा रहे है, भाई एक दिन तेरे ते भी आना जे, तू दूसरिਆਂ ਦੇ ਸੀਸ ਕੱਟ ਰਿਹਾ, एक दिन तेरा ਸੀਸ भी कटिया जाना जे, वो तेरे ते भी समा आ जाना जे। ये तू होश कर, सोच लै। देखो संत सानू किस तरीके नाल समझा रहे हैं। असी संतां महापुरखां दीयां बाणियां पढ़दे हां, सुणदे हां, हर जगह ते कोई ऐसी जगह नहीं, मंदिर मस्जिद गिलजे घर गुरुद्वारे हर जगह ते प्रचार हो रहा है। किस जगह ते प्रचार हो रहा जिथे कोई ऐसा प्रचार हो रहा कि तुसी दूसरे नूं जीव हिंसा करो, दूसरिਆਂ ਨੂੰ मार मार के खाओ। ਕਿਹੜਾ वेद शास्त्र कह रहा, ਕਿਹੜਾ ग्रंथ पोथी कर रहा, ਕਿਹੜੇ मंदिर ਵਿੱਚ प्रचार हो रहा, ਕਿਹੜੇ गुरुद्वारे ਕਿਹੜੇ जगह च हो रहा प्रचार है। असी सुनते हैं लेकिन ਕੰਨਾਂ ਨੂੰ ਮੋਹਰਾਂ ਲਾਈਆਂ ਨੇ, सुन सुना के फिर असी वो काम कर रहे हैं। की सानू बदला देना ना पएगा? जो संत महापुरख सानू समझा रहे हैं, एक दिन तेरे ते भी आ जाएगा, तू दूसरे ते शीश कटदा है, एक दिन तेरे ते भी आ जाएगा, तेन भी वो काल जेड़ा तेरा भी शीश कटेगा। हाँ जी। ये हिंसा तुम पर भी आवे, एक दिन काल शीस परतावे। उस दिन का कुछ करो उपाय, तन्हा हाकम कुछ काम न आई। गुरु साहब जी बड़े प्यार दे नाल फरमा रहे है कि ऐ पुरुष उस दिन दा कोई पा कर ले, ये धन पदार्थ जां हाकम तेरे काम नहीं आउणगे। तेरा धन पदार्थ भी काम नहीं आएगा और हाकम भी तेरे जिन्हां दी तू सेवा करके धन पदार्थ कमाउणा है, वो भी तेरे काम नहीं आउणगे। वो कोई भी तेरी मदद नहीं करेगा। उस दिन का कोई उपाव कर ले, सोच ले की करना चाहिए। हाँ जी। उस दिन का कुछ करो उपाय, तन हाकम कुछ काम न आई। पर जो समझवार तुम होते, तो तन से कुछ कारज लेते। गुरु साहब जी बड़े प्यार दे नाल फरमा रहे है, जे तू समझदार होंदा तां फिर उस धन कोलों कोई काम लैंदा, कोई अच्छा काम लैंदा, किसी साध संगत विच खर्चदा, किसी राह रस्ते ते लगाउंदा, किसी गरीब दा हथ वटाउंदा, तैनूं कोई फायदा होंदा। लेकिन उस धन नूं तू उल्टे पासे लगाया है, जिसका तैनूं कोई फायदा नहीं। पिछली तुक विच गुरु साहब जी समझा रहे हैं कि ना तेरे धन ने तेरे मदद करनी है, ना तेरे हाकम ने तेरी मदद करनी, किसी भी तेरी मदद नहीं करनी हैगी। उस दिन वास्ते कोई उपाव कर ले, कोई सोच ले की करना चाहिए। हाँ जी।
पर जो समझवार तुम होते तो तन से कुछ कारज लेते, कारज लेना ये है पाई, गुर सेवा में खर्च कराई। गुरु साहब जी बड़े प्यार दे नाल फरमा रहे है, तू ओदे पासों की कारज करना है, की फायदा लेना है, गुर सेवा से खर्च कराई। पर इत्थे भी आके असी बहुत सारे भुल जाते हैं। स्वामी जी महाराज बाणी जी फरमाया, गुर नहीं भूखा तेरे धन का, कोई सतगुर तेरे धन का भुखा नहीं, उन्हां दे पास नाम का धन है, बेशुमार है, पर तेरा पर अवकार कराए, भुखे प्याजे को खलवाए। गुरु साहब जी फरमाउंदे है, वो तेरा परोपकार कराउंदे है, तू आपे नहीं कर सकता, वो कराउंदे है, वो भुखे प्यासे नूं खवा देणगे जिहदे विच तैनूं फायदा होएगा, और उन्होंने तेरे धन की जरूरत नहीं है। तू ये ना सोची कि शायद मैं उहदे वास्ते सतगुर वास्ते फायदा वो साड़ा धन मंग रहे है। स्वामी जी महाराज फरमाउंदे ना, वो तेरे धन दे भुखे नहीं है, सिर्फ तेरा परोपकार कराउंदे है, भुखे प्यासे नूं खवा दिंदे है जिहदे विच तैनूं फायदा हुंदा, तू आप नहीं कर सकदा, वो तेरे पासों कराउंदे है। हाँ जी, कारज लेना ये है पहाई, गुर सेवा में खर्च कराई, गुर नहीं भूखा तेरे तन का, उन पे तन है भगत नाम का। गुरु साहब जी बड़े प्यार दे नाल फरमा रहे है कि सतगुर तेरे धन का भुखा नहीं, उन्हां दे पास भगती नाम का धन है, वो तेरे धन का इस झूठी माया का भुखा नहीं हैगा। अगे फरमाउंदे है, हाँ जी, पर तेरा पर उपकार कमावे, भूखे प्यासे को दिलवावे। गुरु साहब जी बड़े प्यार दे नाल फरमा रहे है कि वो तेरा परोपकार कराउंदे है, भुखे प्यासे नूं खवा दिंदे है, वो भुखे प्यासे नूं खवा दिंदे है, उहदे विचों तैनूं फायदा मिलेगा। असी एक बार नेपाल गए, पता नहीं परमात्मा आम दसदे है ना शब्द विच, भाई पता नहीं परमात्मा किस वेश में मिल जाए, ये नहीं पता किहड़े वेश दे विच परमात्मा ने आ जाना और साडे पासों की कराउणा, जां असी ठगे जाना, जां साडे पासों चंगा काम करा लेना। कुदरती जिथे असी ठहरे सी, वो कहन लगी जी इत्थे एक बड़ी पहाड़ी उच्ची बड़ी रौनक है, उत्थे चलीए। उन्होंने की किया भी 3-4 गड्डियां साढ़े कोल बंदे नाल रोटियां बना लियां, कुछ उन्होंने खमीर पका ले, चौल जे बना ले, मिठे चौल बना ले, पूरियां बना लियां, और सब्जियां सूजियां बना लियां, बाबा रोटी चंगी बना ली। ज्यों असी पहाड़ी ते तुरे उपर सिरे ते चला गए, उत्थे 2-4 दुकानां, मैं यार रौनक इहो ही है, इत्थे होर भी कुछ हैगा, इत्थे यही है। फिर असी उत्थों थल्ले ढले, थल्ले एक छोटी जिहा नाला लंघिया, अगे एक मंदिर आया, उत्थे नेपाली वो कथा करा रहे बैठे दे सारे, बड़ी सोहनी जगह, साफ थड़े थोड़े बने दे। मैं कहा इदां करो कि रोटी का टाइम हो, इत्थे रोटी खा लो। उत्थे बह गए जी। तुसी झूठ मनना है,
ਇੱਕ ਬੰਦਾ ਆਇਆ ਜੀ ਉੱਥੇ, ਸੁੱਕਾ ਜਿਹਾ ਬੰਦਾ, ਮਾੜਾ ਜਿਹਾ ਕੁਰਤਾ ਜਿਹਾ ਲੱਗਾ, ਉਹ ਸਾਡੇ ਕੋਲ ਆ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੋਟੀ ਬਾਅਦ 'ਚ ਖਾਇਓ, ਪਹਿਲੇ ਇਹਨੂੰ ਖਵਾਓ। ਅਸੀਂ ਉਹਨੂੰ ਰੋਟੀ ਲੱਗੇ ਜੀ ਖਵਾਉਣ। ਇਹ ਪਤਾ ਨਹੀਂ ਪਰਮਾਤਮਾ ਨੇ ਬੰਦਾ ਖੁਦ ਹੀ ਆਪੇ ਸੀ ਕਿ ਜਾਂ ਕੌਣ ਸੀ, ਕੀ ਸੀ ਉਹ। ਅਸੀਂ ਲਗੇ ਰੋਟੀ ਖਵਾਉਣ, ਜੇ ਚੌਲ ਦਈਏ ਤਾਂ ਚੌਲ ਖਾਈ ਜਾਏ, ਪੂਰੀਆਂ ਦਈਏ ਪੂਰੀਆਂ ਖਾਈ ਜਾਏ, ਸਬਜ਼ੀ ਦਈਏ ਸਬਜ਼ੀ ਖਾਈ ਜਾਏ, ਜੋ ਦਈਏ ਖਾਈ ਜਾਵੇ ਖਾਈ ਜਾਵੇ। ਬਾਕੀ ਬੰਦਿਆਂ ਨੂੰ ਮੈਂ ਕਿਹਾ ਵੀ ਤੁਸੀਂ ਬਾਅਦ 'ਚ ਖਾਇਓ, ਪਹਿਲੇ ਇਹਨੂੰ ਰਜਾ ਲਓ ਚੰਗੀ ਤਰ੍ਹਾਂ। ਮੇਰਾ ਖਿਆਲ ਹੈ ਕਿ ਉਸ ਨੇ 3-4 ਬੰਦਿਆਂ ਦੀ ਰੋਟੀ ਖਾਧੀ ਜੀ, 3-4 ਬੰਦਿਆਂ ਦੀ ਰੋਟੀ ਖਾਧੀ। ਪਤਾ ਨਹੀਂ ਉਹ ਜਾਂ ਇੰਨੇ ਦਿਨਾਂ ਦਾ ਭੁੱਖਾ ਸੀ ਕਿ ਜਾਂ ਕੀ ਚੀਜ਼ ਕੀ ਹੈ ਸੀ, ਉਹ ਇਹ ਨਹੀਂ ਪਤਾ। ਪਰਮਾਤਮਾ ਨੇ ਉੱਥੋਂ ਕਿਤੇ ਵਿੱਚੋਂ ਝਾੜੇ ਜਿਹੇ ਤੋਂ ਨਿਕਲ ਪਿਆ, ਉਹ ਇਹ ਨਹੀਂ ਪਤਾ ਕੀ ਸੀ ਉਹ। ਮੈਂ ਕਿਹਾ ਜਿਹੜਾ ਸ਼ਬਦ ਪੜ੍ਹਦੇ ਨੇ, ਬਾਬਾ ਕਿਆ ਜਾਣੇ ਪੇਸ਼ ਉਹ ਪਰਮਾਤਮਾ ਕਿਸ ਭੇਸ਼ ਮੇਂ ਮਿਲ ਜਾਏ, ਕੀ ਪਤਾ ਕਿਹੜੇ ਭੇਸ਼ ਵਿੱਚ ਆ ਗਿਆ। ਇੱਕ ਫਕੀਰ ਦੇ ਇੱਕ ਸਿੱਖ ਨੇ ਕਿਹਾ ਕਿਸੇ ਮਹਾਤਮਾ ਨੂੰ ਕਿ ਮਹਾਰਾਜ ਮੇਰੇ ਘਰ ਵੀ ਕਦੀ ਆਓ ਤੁਸੀਂ। ਉਹਨੇ ਕਿਹਾ ਚੰਗਾ ਦੇਖਾਂਗੇ। ਕੁਦਰਤੀ ਇੱਕ ਵਾਰ ਉਹ ਚਲਾ ਗਏ ਇੱਕ ਕੁੱਤੇ ਦਾ ਰੂਪ ਬਣਾ ਕੇ, ਬੜਾ ਸੋਹਣਾ ਕੁੱਤਾ। ਸਵੇਰੇ ਸਵੇਰੇ ਉਹਨੂੰ ਬੇਈ ਰੋਟੀ ਦਿੱਤੀ ਅਤੇ ਆਪ ਪਰੌਂਠੀਆਂ ਚਾਹ ਦਹੀਂ ਨਾਲ ਖਾਦਾ ਸੀ, ਅਤੇ ਉਸ ਨੂੰ ਬੇਈ ਰੋਟੀ, ਕੁੱਤਾ ਉੱਥੇ ਬਹਿ ਗਿਆ, ਉਹਨੂੰ ਬੇਈ ਰੋਟੀ ਦਿੱਤੀ। ਫਿਰ ਉਹ ਸਿੱਖ ਕਿਤੇ ਗਿਆ ਮਹਾਤਮਾ ਦੇ ਕੋਲ, ਕਹਿਣ ਲੱਗੇ ਬਾਬਾ ਜੀ ਅਸੀਂ ਕਿਹਾ ਸੀ ਸਾਡੇ ਘਰ ਵੀ ਕਿਤੇ ਦਰਸ਼ਨ ਦਿਓ, ਤੁਸੀਂ ਆਏ ਨਹੀਂ। ਉਹ ਯਾਰ ਕੀ ਆਉਣਾ ਤੇਰੇ ਘਰ, ਤੂੰ ਆਪ ਪਰੌਂਠੀਆਂ ਖਾਧੀਆਂ, ਦਹੀਂ ਖਾਧਾ, ਚਾਹ ਪੀਤੀ, ਸਾਨੂੰ ਬੇਈ ਰੋਟੀ ਦਿੱਤੀ ਸੀ। ਇਹ ਅਸੀਂ ਗਏ ਹਾਂ ਇੱਕ ਦਿਨ ਤੇਰੇ ਘਰ, ਤੂੰ ਸਾਨੂੰ ਬੇਈ ਰੋਟੀ ਦਿੱਤੀ ਸੀ ਰਾਤ ਦੀ, ਅਤੇ ਆਪੇ ਤੂੰ ਪਰੌਂਠੀਆਂ ਖਾ ਰਿਹਾ। ਇਹ ਉਹ ਮੈਂ ਉਹਨਾਂ ਨੂੰ ਮਿਸਾਲ ਦਿੱਤੀ, ਮੈਂ ਕਿਹਾ ਭਰਾਵਾ ਪਹਿਲਾਂ ਇਹਨੂੰ ਖਵਾਓ, ਇਹ ਪਤਾ ਨਹੀਂ ਕੀ ਬਲਾ ਇਹ ਕੀ ਚੀਜ਼ ਆਈ ਹੈ, ਕਿਤੇ ਹੋਰ ਨਾ ਸਿਆਪਾ ਪੈ ਜਾਏ ਸਾਨੂੰ। ਮੈਂ ਕਿਹਾ ਪਹਿਲੇ ਅਸੀਂ ਮਗਰ ਤੁਸੀਂ ਭੁੱਖੇ ਰਹੋ ਤਾਂ ਰਹੋ, ਇਹਨੂੰ ਖਵਾ ਲਓ ਪਹਿਲਾਂ। ਸੱਚ ਪੁੱਛਣਾ ਤੁਸੀਂ ਝੂਠ ਨਾ ਮੰਨਿਓ ਵੀ ਅਸੀਂ ਰੋਟੀ ਖਵਾਈ ਜਾਈਏ, ਉਹਨੂੰ ਖਵਾਈ ਜਾਈਏ। ਜੇ ਉਹ ਪੂਰੀਆਂ ਦੇ ਜਾਏ ਤਾਂ ਉਹ ਵੀ ਖਾਈ ਜਾਵੇ, ਜੇ ਉਹ ਚੌਲ ਦਈਏ ਤਾਂ ਉਹ ਵੀ ਖਾਈ ਜਾਵੇ, ਸਬਜ਼ੀ ਦਈਏ ਜੋ ਦਈਏ ਖਾਈ ਜਾਵੇ ਖਾਈ ਜਾਵੇ। ਮੈਂ ਸੋਚਿਆ ਪਾਂਦਾ ਕਿੱਥੇ, ਨਹਰਾ ਦੇ ਤਾਂ ਢਿੱਡ ਹੈਗਾ ਛੋਟਾ ਛੋਟਾ ਜਿਹਾ ਦਾ ਢਿੱਡ ਹੈਗਾ, ਇਹ ਪਾਂਦਾ ਪਤਾ ਨਹੀਂ ਕਿੱਥੇ ਹੈਗਾ, ਹੈ ਕਿੱਧਰ ਜਾਂਦਾ, ਇਹ ਰੋਟੀ ਕਿੱਥੇ ਜਾ ਰਹੀ ਹੈ, ਕੋਈ ਪਤਾ ਨਾ ਲੱਗੇ। ਬਾਅਦ ਵਿੱਚ ਫਿਰ ਉਹਨਾਂ ਨੂੰ ਅਸੀਂ ਜਿਹੜੀ ਵਧੀ ਉਹਦੇ ਕੋਲੋਂ ਉਹ ਬਾਕੀ ਬੰਦੇ ਨੂੰ ਖਵਾਈ, ਅਤੇ ਫਿਰ ਅਸੀਂ ਉਹਦੇ ਮੰਦਰ ਵਿੱਚ ਗਏ, ਉਹਨਾਂ ਬੜਾ ਆਦਰ ਮਾਣ ਕੀਤਾ। ਅਸੀਂ 5 ਰੁਪਏ ਉਹਨਾਂ ਦੀ ਸੰਦੂਕੜੀ 'ਚ ਪਾ ਦਿੱਤੇ, ਉਹ ਬੜਾ ਉਹਨਾਂ ਨੇ ਪਿਆਰ ਪੂਰ ਕੀਤਾ ਨੇਪਾਲੀਆਂ ਨੇ। ਤਾਂ ਪਤਾ ਨਹੀਂ ਲੱਗਦਾ ਕਿ ਉਹ ਪਤਾ ਨਹੀਂ ਪਰਮਾਤਮਾ ਦਾ ਕੀ ਕਿਹੜੇ ਵੇਸ਼ ਵਿੱਚ ਕਿਸੇ ਵੇਲੇ ਵੀ ਕਿਸ ਤਰ੍ਹਾਂ ਆ ਜਾਂਦਾ ਅਤੇ ਕਿਸ ਤਰ੍ਹਾਂ ਨਹੀਂ ਆ ਜਾਂਦਾ। ਡਰਦਾ ਹੀ ਰਹਿਣਾ ਚਾਹੀਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਜਿਸ ਨੇ ਤੇਰੀ ਮਦਦ ਕਰਨੀ ਹੈ ਉਹ ਤੇਰੀ ਮਦਦ ਹੋਰ ਤਰੀਕੇ ਨਾਲ ਕਰਦਾ ਹੈ। ਉਹ ਤੇਰੇ ਤਨ ਦਾ ਭੁੱਖਾ ਨਹੀਂ ਹੈ, ਉਹ ਭੁੱਖੇ ਪਿਆਸੇ ਨੂੰ ਖਵਾ ਦੇਗਾ, ਤੈਨੂੰ ਉਹਦਾ ਫਾਇਦਾ ਮਿਲੇਗਾ। ਉਹ ਭੁੱਖੇ ਪਿਆਸੇ ਨੂੰ ਖਵਾ ਦੇਗਾ ਤੇਰਾ ਤਾਣਾ, ਫਿਰ ਤੈਨੂੰ ਉਹਦਾ ਫਾਇਦਾ ਮਿਲੇਗਾ। ਹਾਂਜੀ। ਪਰ ਤੇਰਾ ਉਪਕਾਰ ਕਮਾਵੇ, ਭੂਖੇ ਪਿਆਸੇ ਕੋ ਦਿਲਵਾਵੇ, उनकी मेहर मुफ्त तू पावे, जो उनको प्रसन्न करावे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੂੰ ਉਹਨਾਂ ਦੀ ਮਿਹਰ, ਉਹਨਾਂ ਦੀ ਦਇਆ ਜਿਹੜੀ ਹੈ ਉਹ ਤੂੰ ਮੁਫਤ ਹੀ ਲੈ ਲੈ। ਕੀ ਉਸ ਧਨ ਨੂੰ ਤੂੰ ਝੂਠੇ ਪਾਸੇ ਵੀ ਲਗਾਉਣਾ, ਜੇ ਸੱਚੇ ਪਾਸੇ ਲਗਾਏ ਮੁਫਤ ਹੀ ਮਿਲ ਜਾਣੀ ਹੈ ਤੈਨੂੰ। ਕੀ ਖਰਚਣਾ ਹੈ ਤੂੰ? ਜਿਹੜਾ ਧਨ ਤੂੰ ਉਲਟੇ ਪਾਸੇ ਲਾਣਾ, ਝੂਠੇ ਪਾਸੇ, ਗਲਤ ਪਾਸੇ, ਜਿਹਦੇ 'ਤੇ ਤੈਨੂੰ ਸਜ਼ਾ ਮਿਲਣੀ ਹੈ,
ਜੇ ਤੂੰ ਉਹ ਚੰਗੇ ਪਾਸੇ ਲਗਾ ਦੇਗਾ ਤੇ ਤੈਨੂੰ ਮੁਕਤੀ ਉਹਨਾਂ ਦੀ ਮਿਹਰ ਮਿਲ ਜਾਣੀ ਹੈ। ਕਿਹੜਾ ਜ਼ੋਰ ਲੱਗਣਾ ਤੇਰਾ? ਹੈ ਤੇ ਚੀਜ਼ ਉਹੋ ਹੀ ਹੈ ਨਾ। ਉਸ ਨੂੰ ਤੂੰ ਗਲਤ ਪਾਸੇ ਵੀ ਖਰਚ ਦੇਣਾ ਹੈ ਔਰ ਸੱਚੇ ਪਾਸੇ ਵੀ ਖਰਚ ਦੇਣਾ, ਔਰ ਸਤਿਗੁਰ ਤੈਨੂੰ ਸੱਚੇ ਪਾਸੇ ਖੁਰਚਾਉਣਗੇ, ਤੇਰੇ ਤੇ ਇਹ ਦਇਆ ਕਰਨਗੇ, ਤੈਨੂੰ ਮੁਕਤੀ ਮਿਹਰ ਮਿਲ ਜਾਏਗੀ। ਕੋਈ ਜ਼ੋਰ ਨਹੀਂ ਤੇਰਾ ਲੱਗਣਾ। ਹਾਂਜੀ। उनकी मेहर मुफ्त तू पावे, जो उनको प्रसन्न करावे। ਇੱਥੇ ਰੱਖ ਦੇ, ਸ਼ਬਦ ਬੜਾ ਹੈ, ਜੇ 2 ਦਿਨ ਹੋਰ ਲੱਗਣੇ ਆ। ਇੱਥੇ ਰੱਖ ਦੇ ਇਹਨੂੰ, ਠੀਕ ਹੈ। ਇਹਨੂੰ ਫੇਰ ਪੜਾਂਗੇ। ਇੱਕ ਵਾਰੀ ਬਾਬਾ ਜੀ ਨੇ ਸ਼ਬਦ ਸਾਰੇ ਦੌਰੇ 'ਚ ਇੱਕੋ ਹੀ ਪੜ੍ਹਿਆ, ਇੱਕੋ ਹੀ ਸ਼ਬਦ ਸਾਰੇ ਦੌਰੇ 'ਚ ਪੜ੍ਹਿਆ।